ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਸ ਤੁਹਾਡੇ ਨਾਲ ਨਿਊਜ਼ੀਲੈਂਡ ਦੀ ਇੱਕ ਘਟਨਾ ਸਾਂਝੀ ਕਰੇਗਾ। ਨਿਊਜ਼ੀਲੈਂਡ ਵਿੱਚ ਇੱਕ ਸਿੱਖ ਪਰਿਵਾਰ ਰਹਿੰਦਾ ਹੈ। ਉਹਨਾਂ ਨੇ ਕਿਸੇ ਗੁਰਮੁਖ ਪਿਆਰੇ ਨਾਲ ਇਹ ਘਟਨਾ ਸਾਂਝੀ ਕੀਤੀ ਕਿ ਉਹਨਾਂ ਦੇ 3 ਪੁੱਤਰ ਸਨ ਅਤੇ ਜੋ ਛੋਟਾ ਪੁੱਤਰ ਹੈ ਉਸ ਦੀ ਉਮਰ 30 ਸਾਲ ਦੀ ਹੈ ਅਤੇ ਉਸ ਦੀ ਪਤਨੀ ਦੀ ਉਮਰ 25 ਸਾਲ ਦੀ ਹੈ। ਉਹਨਾਂ ਦੇ 3 ਬੱਚੇ ਸਨ ਅਤੇ ਜੋ ਛੋਟਾ ਪੁੱਤਰ ਹੈ ਉਸ ਦੇ ਫੇਫੜੇ ਖਰਾਬ ਹੋ ਗਏ। 80% ਫੇਫੜੇ ਡੈਮੇਜ ਹੋ ਚੁੱਕੇ ਸੀ, ਜਿਸ ਕਾਰਨ ਉਸ ਨੂੰ ਆਕਸੀਜਨ ਦਾ ਪੰਪ ਪੱਕਾ ਹੀ ਲੱਗ ਗਿਆ। ਫਿਰ ਉਸ ਦੇ ਘਰਦਿਆਂ ਸਲਾਹ ਕੀਤੀ ਕਿ ਕਿਉਂ ਨਾ ਇਸ ਨੂੰ ਗੁਰਦੁਆਰਾ ਸਾਹਿਬ ਲੈ ਜਾ ਕੇ ਇਸ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਜਾਵੇ ਅਤੇ ਘਰ ਵਾਲੇ ਉਸ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਏ ਅਤੇ ਪਾਠੀ ਸਿੰਘ ਨੂੰ ਆਖਣ ਲੱਗੇ, ਬਾਬਾ ਜੀ ਅਰਦਾਸ ਕਰੋ, ਇੱਕ ਅਖੰਡ ਪਾਠ ਸਾਹਿਬ ਰਖਾਵਾਂਗੇ ਜੇ ਸਾਡਾ ਪੁੱਤਰ ਠੀਕ ਹੋ ਜਾਵੇ ਤਾਂ। ਅਤੇ ਉੱਥੇ ਜੋ ਪਾਠੀ ਸਿੰਘ ਸੀ ਉਹ ਗੁੱਸੇ ਵਿੱਚ ਬੋਲੇ ਕਿ ਮੈਂ ਅਰਦਾਸ ਨਹੀਂ ਕਰਨੀ ਭਾਈ, ਤੁਸੀਂ ਆਪ ਹੀ ਕਰ ਲਓ। ਅਤੇ ਪਰਿਵਾਰ ਵਾਲੇ ਬੋਲੇ ਕਿ ਬਾਬਾ ਜੀ ਕਿਉਂ? ਅਤੇ ਬਾਬਾ ਜੀ ਆਖਣ ਲੱਗੇ, ਤੁਸੀਂ ਗੁਰੂ ਘਰ ਨਾਲ ਸੌਦਾ ਕਰਨ ਆਏ ਹੋ, ਅਖੰਡ ਪਾਠ ਦੀ ਲੋੜ ਗੁਰੂ ਸਾਹਿਬ ਨੂੰ ਨਹੀਂ ਬਲਕਿ ਤੁਹਾਨੂੰ ਹੈ। ਅਤੇ ਉਸ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਈ ਸੀ, ਉਹ ਆਖਣ ਲੱਗੀ, ਬਾਬਾ ਜੀ ਅਰਦਾਸ ਤੁਸੀਂ ਹੀ ਕਰੋ, ਅਸੀਂ ਨਹੀਂ ਕਰਨੀ। ਅਤੇ ਬਾਬਾ ਜੀ ਆਖਣ ਲੱਗੇ, ਜੇ ਤੁਸੀਂ ਮੇਰੇ ਤੋਂ ਅਰਦਾਸ ਕਰਾਉਣੀ ਹੈ ਤਾਂ ਸੌਦਾ ਬਦਲਣਾ ਪਵੇਗਾ। ਅਤੇ ਪਰਿਵਾਰ ਵਾਲੇ ਆਖਣ ਲੱਗੇ, ਬਾਬਾ ਜੀ ਜੋ ਤੁਸੀਂ ਕਹੋ ਬਸ ਹੁਕਮ ਕਰੋ, ਗੁਰੂ ਘਰ ਲਈ ਕੋਈ AC ਵਗੈਰਾ ਜਾਂ ਫਿਰ 10-20 ਹਜ਼ਾਰ ਜਿੰਨਾ ਕਹੋ ਉਨਾ ਦੇ ਦੇਵਾਂਗੇ, ਪਰ ਸਾਡਾ ਪੁੱਤਰ ਠੀਕ ਹੋ ਜਾਵੇ। ਅਤੇ ਬਾਬਾ ਜੀ ਫਿਰ ਗੁੱਸੇ ਵਿੱਚ ਆਖਣ ਲੱਗੇ ਕਿ ਭਾਈ ਤੁਸੀਂ ਆਪਣੇ ਡਾਲਰ ਆਪਣੇ ਕੋਲ ਹੀ ਰੱਖੋ, ਇਹ ਹੌਸਪੀਟਲ ਵਿੱਚ ਕੰਮ ਨਹੀਂ ਆਏ, ਇਸ ਕਰਕੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਹੋ। ਅਤੇ ਉਹ ਕਹਿਣ ਲੱਗੇ, ਫਿਰ ਦੱਸੋ ਬਾਬਾ ਜੀ ਅਸੀਂ ਕੀ ਕਰੀਏ? ਅਤੇ ਬਾਬਾ ਜੀ ਆਖਣ ਲੱਗੇ, ਮੈਂ ਅਰਦਾਸ ਤਾਂ ਕਰ ਦੇਵਾਂਗਾ, ਪਰ ਤੁਸੀਂ ਮੰਨੋਗੇ? ਜੇ ਤੁਸੀਂ ਮੰਨੋਗੇ ਤਾਂ ਮੈਂ ਅਰਦਾਸ ਕਰ ਦੇਵਾਂਗਾ। ਅਤੇ ਪਰਿਵਾਰ ਵਾਲੇ ਆਖਣ ਲੱਗੇ, ਬਾਬਾ ਜੀ ਹੁਕਮ ਕਰੋ, ਅਸੀਂ ਜ਼ਰੂਰ ਮੰਨਾਂਗੇ। ਫਿਰ ਬਾਬਾ ਜੀ ਉਸ ਲੜਕੇ ਨੂੰ ਆਖਣ ਲੱਗੇ, ਪੁੱਤਰ ਪਹਿਲਾਂ ਤਾਂ ਆਪਣੇ ਕੇਸ ਕਤਲ ਕਰਨਾ ਬੰਦ ਕਰ ਦੇ। ਅਤੇ ਲੜਕਾ ਆਖਣ ਲੱਗਾ, ਬਾਬਾ ਜੀ 7 ਬਚਨ ਮੈਨੂੰ ਮਨਜ਼ੂਰ ਹੈ। ਫਿਰ ਬਾਬਾ ਜੀ ਨੇ ਦੂਜਾ ਬਚਨ ਆਖਿਆ ਕਿ ਇਸ ਦੀ ਘਰਵਾਲੀ ਕੌਣ ਹੈ? ਅਤੇ ਉਸ ਦੀ ਘਰਵਾਲੀ ਕੋਲ ਹੀ ਖੜ੍ਹੀ ਸੀ। ਬਾਬਾ ਜੀ ਨੇ ਉਸ ਨੂੰ ਆਖਿਆ ਕਿ 13 ਦਿਨਾਂ ਬਾਅਦ ਇਸ ਗੁਰੂ ਘਰ ਵਿੱਚ ਅੰਮ੍ਰਿਤ ਤਿਆਰ ਹੋਣਾ ਹੈ ਅਤੇ ਤੁਸੀਂ ਦੋਹਾਂ ਨੇ ਅੰਮ੍ਰਿਤ ਛਕਣਾ ਹੈ। ਅਤੇ ਕਿਹਾ ਕਿ ਇੱਕ ਵਾਰ ਫਿਰ ਵਿਚਾਰ ਕਰ ਲਓ, ਮੈਂ ਅਰਦਾਸ ਕਰ ਦਿੰਦਾ ਹਾਂ, ਪਰ ਤੁਹਾਨੂੰ ਅੰਮ੍ਰਿਤ ਛਕਣਾ ਪਵੇਗਾ। ਅਤੇ ਘਰ ਵਾਲੀ ਆਖਣ ਲੱਗੀ, ਬਾਬਾ ਜੀ ਮੈਂ ਤਿਆਰ ਹਾਂ, ਬਸ ਇਹ ਠੀਕ ਹੋ ਜਾਣ। ਪਾਠੀ ਸਿੰਘ ਜੀ ਨੇ ਅਰਦਾਸ ਕਰ ਦਿੱਤੀ। 13 ਦਿਨਾਂ ਬਾਅਦ ਉਹ ਦੋਵੇਂ ਹੀ ਅੰਮ੍ਰਿਤ ਛਕਣ ਲਈ ਆਏ ਅਤੇ ਅੰਮ੍ਰਿਤ ਛਕਦਿਆਂ ਹੀ ਆਕਸੀਜਨ ਪੰਪ ਲੱਥ ਗਿਆ, ਜਿਸ ਨੂੰ ਡਾਕਟਰ ਕਹਿੰਦੇ ਸੀ ਕਿ ਜਿੰਨੀ ਇਸ ਦੀ ਉਮਰ ਹੈ ਸਾਲ 6 ਮਹੀਨੇ, ਇਸ ਨੂੰ ਇਹ ਆਕਸੀਜਨ ਪੰਪ ਲਗਾ ਕੇ ਰੱਖਣਾ ਪਵੇਗਾ। ਉਸ ਲੜਕੇ ਨੇ ਆਪਣੀ ਰਿਪੋਰਟ ਕੀਰਤਨ ਦਰਬਾਰ ਵਿੱਚ ਸੰਗਤਾਂ ਨੂੰ ਸੰਬੋਧਨ ਹੋ ਕੇ ਵਿਖਾਏ ਕਿ ਸੰਗਤ ਜੀ ਇਹ ਮੇਰੀ ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਰਿਪੋਰਟ ਹੈ, ਜਿਸ ਵਿੱਚ ਮੇਰੇ 80% ਫੇਫੜੇ ਖਰਾਬ ਹੋ ਗਏ ਸੀ, ਅਤੇ ਇਹ ਮੇਰੀ ਅੰਮ੍ਰਿਤ ਛਕਣ ਤੋਂ ਬਾਅਦ ਦੀ ਰਿਪੋਰਟ ਹੈ, ਜਿਸ ਵਿੱਚ ਮੇਰੇ 100% ਕੰਮ ਕਰਦੇ ਹਨ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ, ਸੁਰ ਨਰ ਮੁੰਜਨ ਅੰਮ੍ਰਿਤ ਖੋਜੇ, ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਸਾਨੂੰ ਖੰਡੇ ਬਾਟੇ ਦੀ ਪਹੁਲ ਜ਼ਰੂਰ ਛਕਣੀ ਚਾਹੀਦੀ ਹੈ ਅਤੇ ਗੁਰਮਤਿ ਅਨੁਸਾਰ ਆਪਣਾ ਜੀਵਨ ਜੀਣਾ ਚਾਹੀਦਾ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਆਪ ਹੀ ਨਦਰ ਕਰਦੇ ਹਨ, ਜੋ ਮਨੁੱਖ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੰਦਾ ਹੈ, ਫਿਰ ਉਸ ਦੀ ਰਾਖੀ ਅਕਾਲ ਪੁਰਖ ਆਪ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।